Hello everyone. Students, in our last lecture we have discussed about the concept of fertilizers and manure and what is the basic difference between fertilizers and manure and what are the advantages of manure over the fertilizers. And in this lecture we are going to continue with our next topic, that is the irrigation. Irrigation is the supply of water to the crops at certain regular intervals. Clear? All living beings need water to live. Water is important for proper growth and development. जिन्ने भी लिविंग ऑर्गेनिजम्स ने, प्लांट्स ने, एनीमल्स ने, ईवन दो ह्यूमनस आ, ठीक है, ਆਪਾਂ ਨੂੰ ਸਾਰਿਆਂ ਨੂੰ ਕੀ ਹੈ, ਵਾਟਰ ਰਿਕੁਆਇਰਡ ਰਹਿੰਦਾ ਵਾ ਆਪਣੀ ਪ੍ਰੋਪਰ ਗਰੋਥ ਤੇ ਡਿਵੈਲਪਮੈਂਟ ਦੇ ਲਈ, ਠੀਕ ਹੈ। ਵਾਟਰ ਇਜ਼ ਅਬਜ਼ਰਵਡ ਬਾਈ ਦੀ ਪਲਾਂਟ ਰੂਟਸ, ਪਲਾਂਟ ਦੀਆਂ ਜਿਹੜੀਆਂ ਰੂਟਸ ਨੇ ਉਹ ਕੀ ਵਾਟਰ ਨੂੰ ਅਬਜ਼ਰਵ ਕਰਦੀਆਂ ਨੇ। ਅਲੋਂਗ ਵਿਦ ਵਾਟਰ ਮਿਨਰਲਸ ਐਂਡ ਫਰਟੀਲਾਈਜ਼ਰਸ ਆਰ ਆਲਸੋ ਐਬਜ਼ਰਵਡ, ठीक है। वाटर ਦੇ ਵਿੱਚ ਜੋ ਆਪਣੇ ਕੋਲ ਡਿਜ਼ੋਲਵਡ ਮਿਨਰਲਸ ਹੁੰਦੇ ਆ ਜਾਂ ਫਿਰ ਫਰਟੀਲਾਈਜ਼ਰਸ ਵਗੈਰਾ ਹੁੰਦੇ ਆ, ਉਹ ਵੀ ਕੀ ਆ ਪਲਾਂਟਸ ਦੀ ਜਿਹੜੀਆਂ ਰੂਟਸ ਨੇ ਉਹ ਕੀ ਐਬਜ਼ਰਵ ਕਰਦੀਆਂ ਨੇ। ਪਲਾਂਟਸ ਕੰਟੇਨ ਨੀਅਰਲੀ 90% ਵਾਟਰ, ਜਿਹੜੀ ਪਲਾਂਟਸ ਦੀ ਕੰਪੋਜੀਸ਼ਨ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਕੀ ਹੈ ਨੀਅਰ ਅਬਾਊਟ 90% ਹੈ ਜਿਹੜਾ ਪਾਰਟ ਹੈ ਉਹ ਕੀ ਹੈ ਵਾਟਰ ਦਾ ਹੀ ਪ੍ਰੈਜ਼ੈਂਟ ਹੁੰਦਾ ਹੈ। ਵਾਟਰ ਇਜ਼ ਇਸੈਂਸ਼ੀਅਲ ਬਿਕੋਜ਼ ਜਰਮੀਨੇਸ਼ਨ ਆਫ ਸੀਡਸ ਡਜ਼ ਨਾਟ ਟੇਕ ਪਲੇਸ ਅੰਡਰ ਡਰਾਈ ਕੰਡੀਸ਼ਨਸ, ਠੀਕ ਹੈ। ਵਾਟਰ ਕੀ ਹੈ ਕਾਫੀ ਇੰਪੋਰਟੈਂਟ ਹੈ ਸੀਡਸ ਦੀ ਜਰਮੀਨੇਸ਼ਨ ਦੇ ਲਈ। ਜਰਮੀਨੇਸ਼ਨ ਦਾ ਮੀਨਿੰਗ ਕੀ ਹੁੰਦਾ ਹੈ? ਜਰਮੀਨੇਸ਼ਨ ਇਜ਼ ਦੀ ਡਿਵੈਲਪਮੈਂਟ ਆਫ ਦੀ ਨਿਊ ਪਲਾਂਟ ਫਰੋਮ ਅ ਸੀਡ, ਠੀਕ ਹੈ। ਜਰਮੀਨੇਸ਼ਨ ਇਜ਼ ਦੀ ਡਿਵੈਲਪਮੈਂਟ ਆਫ ਸੀਡਸ ਇਨਟੂ ਅ ਪਲਾਂਟ, ਠੀਕ ਹੈ। ਜਦੋਂ ਇੱਕ ਸੀਡ ਤੋਂ ਇੱਕ ਪਲਾਂਟ ਦੇ ਵਿੱਚ ਕੀ ਹੈ ਡਿਵੈਲਪਮੈਂਟ ਸਟਾਰਟ ਹੁੰਦੀ ਹੈ, ਉਸ ਪ੍ਰੋਸੈਸ ਨੂੰ ਆਪਾਂ ਜਰਮੀਨੇਸ਼ਨ ਬੋਲਦੇ ਹਾਂ। ਐਂਡ ਡਰਾਈ ਕੰਡੀਸ਼ਨਸ ਦੇ ਵਿੱਚ ਜਰਮੀਨੇਸ਼ਨ ਪੋਸੀਬਲ ਹੀ ਨਹੀਂ, ਕਿਉਂਕਿ ਆਪਾਂ ਆਲਰੇਡੀ ਡਿਸਕਸ ਕੀਤਾ ਹੈ ਕਿ 90% ਜਿਹੜੀ ਪਲਾਂਟਸ ਦੀ ਕੰਪੋਜੀਸ਼ਨ ਹੁੰਦੀ ਹੈ ਉਹ ਕਾਹਦੇ ਤੋਂ that will going to carry water only. Clear? Nutrients dissolved in the water are transported to each part of the plants. ਤੇ ਫਿਰ ਜੋ ਵੀ ਆਪਣੇ ਕੋਲੇ ਵਾਟਰ ਦੇ ਵਿੱਚ ਨਿਊਟ੍ਰੀਐਂਟਸ, ਮਿਨਰਲ ਸਾਲਟਸ ਡਿਜ਼ੋਲਵਡ ਫਾਰਮ ਦੇ ਵਿੱਚ ਰਹਿੰਦੇ ਆ, with the help of the water they are also transported to the each part of the plant, ਠੀਕ ਹੈ। ਪਲਾਂਟ ਦੇ ਡਿਫਰੈਂਟ ਜਿੰਨੇ ਵੀ ਪਾਰਟਸ ਨੇ ਉਹਨਾਂ ਸਭ ਦੇ ਵਿੱਚ ਕੀ ਹੈ ਆਪਣੇ ਕੋਲੇ ਜਿੰਨੇ ਰਿਕੁਆਇਰਡ ਪ੍ਰੋਪੋਰਸ਼ਨਸ ਦੇ ਵਿੱਚ ਨਿਊਟ੍ਰੀਐਂਟਸ ਰਿਕੁਆਇਰਡ ਹੁੰਦੇ ਆ ਉਹ ਕੀ ਹੈ ਟਰਾਂਸਪੋਰਟ ਕੀਤੇ ਜਾਂਦੇ ਆ with the help of the water. Water also protects the crop from both frost and hot air currents. Clear? With the help of the water ਜੋ plants ਜਾਂ ਫਿਰ crops ਹੁੰਦੀਆਂ ਨੇ ਉਹ dry ਨਹੀਂ ਹੁੰਦੀਆਂ ਹੈਗੀਆਂ, ਠੀਕ ਹੈ। ਜੋ ਗਰਮ ਹਵਾਵਾਂ ਵਗੈਰਾ ਚੱਲਦੀਆਂ ਨੇਗੀਆਂ ਉਹ ਕੀ ਹੈ ਪਲਾਂਟਸ ਨੂੰ ਸੁੱਕਣ ਨਹੀਂ ਦਿੰਦੀਆਂ ਹੈਗੀਆਂ। ਜੇ ਉਹਨਾਂ ਦੇ ਵਿੱਚ ਕੀ ਹੈ ਰਿਕੁਆਇਰਡ ਪ੍ਰੋਪੋਰਸ਼ਨਸ ਦੇ ਵਿੱਚ ਜਿਹੜੀ ਵਾਟਰ ਦੀ ਕੁਆਂਟਿਟੀ ਰਿਕੁਆਇਰਡ ਹੁੰਦੀ ਆ ਉਹ ਕੀ ਹੈ ਮੇਨਟੇਨ ਰੱਖੀ ਜਾਵੇ। To maintain the moisture of the soil for healthy crop growth, fields have to be watered regularly, ठीक है। ਸੋਇਲ ਦੇ ਵਿੱਚ ਜੋ ਮੋਇਸਚਰ ਦਾ ਕੰਟੈਂਟ ਹੈ, ਹਿਊਮਸ ਦਾ ਕੰਟੈਂਟ ਹੈ, ਠੀਕ ਹੈ, ਨਮੀ ਬੋਲਦੇ ਆ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ, ਉਹਨੂੰ ਮੇਨਟੇਨ ਕਰਕੇ ਰੱਖਣ ਦੇ ਲਈ ਕੀ ਹੈ ਸਾਨੂੰ ਰੈਗੂਲਰ ਇੰਟਰਵਲਸ ਦੇ ਉੱਪਰ ਕੀ ਹੈ ਕ੍ਰੋਪਸ ਨੂੰ ਵਾਟਰ ਪ੍ਰੋਵਾਈਡ ਕਰਨਾ ਪੈਂਦਾ ਹੈ, ਠੀਕ ਹੈ। ਸਪਲਾਈ ਆਫ ਦੀ ਵਾਟਰ ਐਟ ਰੈਗੂਲਰ ਇੰਟਰਵਲ ਇਜ਼ ਰਿਕੁਆਇਰਡ ਫॉर ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਆਫ ਦੀ crops. Clear? The supply of the water to crops at regular intervals is called irrigation, ठीक है। सो ਜਿਹੜਾ ਪ੍ਰੋਸੈਸ ਹੈ ਕਿ ਵਾਟਰ ਦੀ ਸਪਲਾਈ ਕਰਦੇ ਹਾਂ ਜਦੋਂ ਆਪਾਂ ਕ੍ਰੋਪਸ ਨੂੰ at regular intervals, it is called irrigation. The time and frequency of irrigation varies from crop to crop, soil to soil and season to season, ठीक है। डिफरेंट क्रोप्स के लिए जी अमाउंट ऑफ वाटर रिक्वायर्ड होंगी है वो भी कि वेरी करती है, ठीक है। दैट्स वाई वी कैन से कि टाइम पीरियड ऑफ वाटरिंग एंड स्पीड और नंबर ऑफ टाइम्स, मतलब फ्रीकुएंसी ऑफ इरीगेशन मीनस कि हाउ मैनी नंबर ऑफ टाइम्स अपन की वाटर की जी सप्लाई है वो देनी पैंती है, ठीक है। टाइम एंड फ्रीकुएंसी ऑफ इरीगेशन वेरीज फ्रॉम क्रोप टू क्रोप, सॉइल टू सॉइल एंड सीजन टू सीजन, ठीक है। मौसम ਦੇ ਬਦਲਣ ਦੇ ਨਾਲ ਵੀ ਕੀ ਹੈ ਵਾਟਰ ਦੀ ਜਿਹੜੀ ਸਪਲਾਈ ਹੈ ਉਹ ਇਫੈਕਟ ਹੁੰਦੀ ਹੈ ਤੇ ਸੋਇਲ ਦਾ ਜਿਹੜਾ ਟੈਕਸਚਰ ਹੈ, ਕਾਈਂਡ ਆਫ ਸੋਇਲ ਵੀ ਕੀ ਹੈ ਇਫੈਕਟ ਕਰਦੀ ਹੈ, ਠੀਕ ਹੈ, ਵਾਟਰ ਸਪਲਾਈਂਗ ਕੈਪੈਸਿਟੀ ਨੂੰ। ਇਨ ਸਮਰ ਦ ਫ੍ਰੀਕੁਐਂਸੀ ਆਫ ਵਾਟਰਿੰਗ ਇਜ਼ ਹਾਇਰ। ਵਾਈ ਇਜ਼ ਇਟ ਸੋ? ਗਰਮੀਆਂ ਦੇ ਵਿੱਚ ਕੀ ਹੈ ਸਾਨੂੰ ਜ਼ਿਆਦਾ ਵਾਰ ਕੀ ਹੈ ਕ੍ਰੋਪਸ ਨੂੰ ਪਾਣੀ ਦੇਣਾ ਪੈਂਦਾ, ਠੀਕ ਹੈ। ਕਿਉਂ? ਕੁਡ ਇਟ ਬੀ ਡਿਊ ਟੂ ਦੀ ਇਨਕਰੀਜ਼ਡ ਰੇਟ ਆਫ ਇਵੈਪੋਰੇਸ਼ਨ ਆਫ ਵਾਟਰ ਫਰੋਮ ਦੀ ਸੋਇਲ ਐਂਡ ਦੀ ਲੀਵਸ? ਯੈਸ ਡੈਫੀਨੇਟਲੀ ਇਟ ਕੁਡ ਬੀ, ਕਿਉਂਕਿ ਇਵੈਪੋਰੇਸ਼ਨ ਦਾ ਰੇਟ ਕੀ ਹੈ ਸਮਰਸ ਦੇ ਵਿੱਚ ਕੀ ਹੈ ਜ਼ਿਆਦਾ ਹੁੰਦਾ ਹੈ, ਠੀਕ ਹੈ, ਫਰੋਮ ਦੀ ਸੋਇਲ ਐਂਡ ਦੀ ਲੀਵਸ ਦੇ ਸਰਫੇਸ ਤੋਂ ਮੋਇਸਚਰ ਦਾ ਜਿਹੜਾ ਕੰਟੈਂਟ ਹੈ ਉਹ ਈਜ਼ੀਲੀ ਕੀ ਹੈ ਜਾਂ ਵਾਟਰ ਦੀ ਜਿਹੜੀ ਪ੍ਰੈਜ਼ੈਂਸ ਹੁੰਦੀ ਆ ਉਹ ਜਾਂ ਅਮਾਊਂਟ ਪ੍ਰੈਜ਼ੈਂਟ ਆ ਉਹ ਕਿ ਈਜ਼ੀਲੀ ਇਵੈਪੋਰੇਟ ਹੋ ਕੇ ਫਿਊਮਸ ਦੀ ਫਾਰਮ 'ਚ ਐਟਮੋਸਫੀਅਰ 'ਚ
रिलीज़ होंदी है, ठीक है। सो टू ओवरकम दी ड्राइनेस ऑफ दी प्लांट आपां नूं की है फिर रैगूलर इंटरवल्स के उपर की है वाटर की सप्लाई देनी पैंदी है। सो हेयर बूजो have a thought that I am very careful this year about watering the plants. Last summer my plants dried up and died because of the evaporation. Clear? So evaporation ਦੇ ਹੋਣ ਦੇ ਕਰਕੇ ਜੋ ਆਪਣੇ ਕੋਲੇ ਵਾਟਰ ਦਾ ਕੰਟੈਂਟ ਹੈ ਜੋ ਪਲਾਂਟਸ ਦੇ ਵਿੱਚੋਂ ਕੀ ਹੈ ਰਿਮੂਵ ਹੁੰਦਾ ਹੈ ਜਾਂ ਫਿਰ ਲਾਸ ਹੁੰਦਾ ਹੈ, ਠੀਕ ਹੈ। ਉਹਨੂੰ ਮੇਨਟੇਨ ਕਰਨ ਦੇ ਲਈ ਸਾਨੂੰ ਵਾਟਰ ਦੀ ਜਿਹੜੀ ਰੈਗੂਲਰ ਸਪਲਾਈ ਆ ਉਹ ਕੀ ਹੈ ਮੇਨਟੇਨ ਕਰਕੇ ਰੱਖਣੀ ਪੈਂਦੀ ਆ। ਕਲੀਅਰ? Sources of irrigation. So the sources of water for irrigation are wells, tube wells, ponds, lakes, rivers, dams and canals. Clear? These are the natural resources of irrigation except tube wells, ठीक है। ponds, lakes, rivers, dams and canals and wells, all these are the sources जिन्हां नूं आपां water ਦੀ regular supply ਦੇ ਲਈ ਕੀ ਹੈ use ਕਰਦੇ ਹਾਂ। Clear? And next, traditional method of irrigation. The water available in well, lakes and canals is lifted by different methods in different regions for taking to the fields, ठीक है। जो वाटर अपने को लेक्स ਦੇ ਵਿੱਚ कैनल्स ਦੇ ਵਿੱਚ ਜਾਂ ਫਿਰ ਵੈਲਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਠੀਕ ਹੈ। ਇਹਨੂੰ ਕੀ ਹੈ ਸਰਫੇਸ ਦੇ ਉੱਪਰ ਲਿਆਉਣ ਦੇ ਲਈ ਕੀ ਹੈ ਡਿਫਰੈਂਟ ਜਿਹੜੇ ਮੈਥਡਸ ਨੇ ਉਹ ਕੀ ਆ ਯੂਜ਼ ਕੀਤੇ ਜਾਂਦੇ ਆ ਡਿਫਰੈਂਟ ਏਰੀਆਜ਼ ਦੇ ਵਿੱਚ, ਠੀਕ ਹੈ, ਫॉर ਬ੍ਰਿੰਗਿੰਗ them to the fields. Cattle or human labor used in these methods, and in these methods are cheap and the various traditional ways are moat, that is the pulley system, and then chain pump and Dekli and Raha. Clear? So let's start with the first, that is the moat or pulley system, that is this one. So in this system you can say that this is the cost free method of irrigation, and pulley are used to carry bucket of water, and pulley must be installed above the ground. They may be tied to stakes like that. Here you can see, here is pulley that is tied to the stakes that are buried in the earth. Strong rope hold the pulley, this is the rope, hold the pulley, and pulley based irrigation system is much like clothesline that on which you can use pulley to move cloths nearer or farther away, as you can see here. Clear? And the next method, that is a chain pump. This is a Chinese method of irrigation, and in this system you can use round metal disc. Here you can see you can use round metal disc and long loop of metal chain to water soil and plants. Each disc runs through the pool of the liquid. Here in this figure only one disc is shown. Each disc will going to have a pool of going through the pool of the liquids and collect some water during this process. On pulling the chain, disc rises up and water held inside it pours out, like here you can see. Clear? To hydrate the earth. Clear? And the next method is the Dekli. Clear? So this is the traditional method. Here you can see this is the traditional method of irrigation. Farmer used ropes and a container or a bucket to get water from a well and used to irrigate in ancient times. This method of irrigation has been in small villages also only. Clear? And with this the extra wastage of water is also avoided. Clear? And next is the Rahat.
in this method you can see no water will going to waste, and it is similar to chain pump, but here in place of the chain pump we are making the use of the bull. Clear? It involves the use of the two large wheels joined by a belt on which a number of water pots collect water from underground, and the wheel is traditionally tied by or turned by large animals such as the oxen. The axle of the wheel is rotated by the wool. Clear? All these are the traditional method of irrigations that are used in ancient times more appropriately. Clear? I hope you have understood the topic till this topic. Once revise by yourself also. Thanks a lot.